ਤਾਂ ਅਸੀਂ ਬੱਚੇ ਤੋਂ ਨਾ ਕੋਈ ਪੈਸੇ ਵੀਜ਼ਾ ਲੱਗਣ ਤੋਂ ਪਹਿਲਾਂ ਲਵਾਂਗੇ, ਨਾ ਕੋਈ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇ ਵਿੱਚ ਲਵਾਂਗੇ। ਵੀਜ਼ਾ ਦੇ ਕੋਈ ਚਾਰजेस ਨਹੀਂ ਹੋਣਗੇ, ਨਾ ਵੀਜ਼ਾ ਲੱਗਣ ਤੋਂ ਪਹਿਲਾਂ ਤੇ ਨਾ ਹੀ ਵੀਜ਼ਾ ਲੱਗਣ ਤੋਂ ਬਾਅਦ ਕੋਈ ਪੈਸੇ ਲੱਗਣਗੇ। ਭਾਜੀ ਮੈਂ ਬਿਲਕੁਲ ਠੀਕ ਕਿਹਾ ਕਿ ਗਲਤ ਕਿਹਾ? ਬਿਲਕੁਲ ਜੀ, ਤੁਸੀਂ 100% ਸਹੀ ਕਿਹਾ। ਤਕਰੀਬਨ 7 ਮਹੀਨਿਆਂ ਦੇ ਇੰਤਜ਼ਾਰ ਤੋਂ ਬਾਅਦ ਆਈਲੈਟਸ ਸੈਂਟਰ ਖੁੱਲ੍ਹ ਹੀ ਗਏ। ਬੱਚਿਆਂ ਨੂੰ ਵੀ ਇੰਤਜ਼ਾਰ ਸੀ। ਬੱਚੇ ਸੁਨਹਿਰੀ ਭਵਿੱਖ ਦਾ ਸੁਪਨਾ ਲੈ ਕੇ ਤੇ ਜੇਬਾਂ ਦੇ ਵਿੱਚ ਮੋਟੀਆਂ ਫੀਸਾਂ ਲੈ ਕੇ ਤਿਆਰ ਬੈਠੇ ਨੇ। ਤੇ ਖਬਰਸਾਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਪਰ ਬੱਚਿਆਂ ਦੇ ਦਿਲ ਦੇ ਵਿੱਚ ਇੱਕ ਸਵਾਲ ਜ਼ਰੂਰ ਹੈ ਕਿ ਆਖਰ ਕਿਹੜੇ ਆਈਲੈਟਸ ਸੈਂਟਰ ਦੇ ਵਿੱਚ ਆਈਏ। ਇਸ ਗੱਲ ਦਾ ਜਵਾਬ ਲਵਾਂਗੇ। ਸਾਡੇ ਨਾਲ ਮੌਜੂਦ ਨੇ BSBW ਦੇ ਡਾਇਰੈਕਟਰ ਮਿਸਟਰ ਸੁਨੀਲ ਚੌਧਰੀ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਭਾਜੀ, ਬਹੁਤ ਸਵਾਗਤ ਹੈ ਦ ਖਬਰਸਾਰ ਤੇ। ਥੈਂਕ ਯੂ ਸੋ ਮਚ ਸਰ। ਭਾਜੀ ਮੇਰਾ ਸਭ ਤੋਂ ਪਹਿਲਾ ਸਵਾਲ ਕਿ ਅੱਜ ਕੱਲ੍ਹ ਹਰ ਗਲੀ ਮਹੱਲੇ ਦੇ ਵਿੱਚ, ਹਰ ਨੁੱਕੜ ਤੇ, ਹਰ ਚੌਰਾਹੇ ਤੇ ਆਈਲੈਟਸ ਸੈਂਟਰ ਖੁੱਲ੍ਹੇ ਹੋਏ ਨੇ। ਤੁਸੀਂ ਵੀ ਆਈਲੈਟਸ ਕਰਵਾਉਂਦੇ ਹੋ, ਬੱਚਾ ਤੁਹਾਡੇ ਕੋਲ ਆਈਲੈਟਸ ਕਰਨ ਕਿਉਂ ਆਵੇ? ਦੇਖੋ ਠਾਕੁਰ ਜੀ, ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਗਲੀ ਗਲੀ ਆਇਲ ਸੈਂਟਰ ਖੁੱਲ੍ਹੇ ਹੋਏ ਆ। ਸਾਡੇ ਕੋਲ ਆਇਲਸ ਕਰਨ ਬੱਚਾ, ਪਹਿਲਾਂ ਤਾਂ ਮੈਂ ਕਹੂੰਗਾ ਸਾਡੇ ਕੋਲ ਆਇਲਸ ਕਰਨ ਉਹ ਬੱਚਾ ਆਵੇ ਜਿਹੜਾ ਵਾਕਈ ਪੜ੍ਹਨਾ ਚਾਹੁੰਦਾ ਹੈ ਅਤੇ ਬੈਂਡ ਲੈਣਾ ਚਾਹੁੰਦਾ ਹੈ। ਅਤੇ ਦੂਜੀ ਚੀਜ਼ ਹੈਗੀ ਹੈ ਕਿ ਸਾਡੇ ਕੋਲ ਆਇਲਸ ਕਰਨ ਬੱਚਾ ਅਗਰ ਆਉਂਦਾ ਹੈ ਤਾਂ ਉਹਨੂੰ ਅਸੀਂ ਉਹ ਟ੍ਰੇਨਰ ਪ੍ਰੋਵਾਈਡ ਕਰਦੇ ਹਾਂ। ਪਹਿਲਾਂ ਤਾਂ ਸਾਡੇ ਕੁਆਲਿਟੀ ਐਜੂਕੇਸ਼ਨ ਹੈ ਜੀ। ਸਾਡੇ ਟ੍ਰੇਨਰਸ ਜਿਹੜੇ ਹੈਗੇ ਆ ਹਾਈਲੀ ਕੁਆਲੀਫਾਈਡ ਐਂਡ ਟ੍ਰੇਨਡ ਟ੍ਰੇਨਰ ਹੈਗੇ, ਜਿਨ੍ਹਾਂ ਨੇ ਖੁਦ ਆਇਲਸ ਦਾ ਪੇਪਰ ਦਿੱਤਾ ਹੈ। ਔਰ ਸਾਡੇ ਕੋਲ ਜਿੰਨੇ ਵੀ ਟ੍ਰੇਨਰ ਹੈ ਉਹ 8 ਬੈਂਡ ਹੋਲਡਰ ਟ੍ਰੇਨਰ ਹੈਗੇ ਆ, ਜਿਨ੍ਹਾਂ ਦੇ ਖੁਦ ਦੇ ਆਇਲਸ ਦੇ ਵਿੱਚ 8 ਬੈਂਡ ਆਏ ਹੋਏ ਆ। ਉਸ ਤੋਂ ਨੀਚੇ ਦਾ ਸਾਡੇ ਕੋਲ ਕੋਈ ਟ੍ਰੇਨਰ ਨਹੀਂ ਹੈਗਾ, ਕਿਉਂਕਿ ਜਿਹੜਾ ਸਾਡਾ ਮੈਥਡ ਹੈ ਪੜ੍ਹਾਉਣ ਦਾ ਉਹ ਅੱਜ ਵੀ ਇੱਕ ਸਕੂਲ ਵਾਂਗ ਹੈ। ਕਿਉਂਕਿ ਸਾਡਾ ਜਿਹੜਾ ਆਇਲਸ ਇੰਸਟੀਚਿਊਟ ਹੈ, ਅਸੀਂ ਉਹਦਾ ਨਾਮ ਵੀ ਐਲੀਟ ਸਕੂਲ ਰੱਖਿਆ ਹੋਇਆ। ਲੋਕੀ ਸੌਖੀ ਭਾਸ਼ਾ 'ਚ ਉਹਨੂੰ ਇਲਾਈਟ ਸਕੂਲ ਕਹਿੰਦੇ ਆ। ਸਕੂਲ ਰੱਖਣ ਦਾ ਮਕਸਦ ਸਾਡਾ ਇਹ ਸੀ ਕਿ ਜੋ ਅਸੀਂ ਸਕੂਲ ਵਿੱਚੋਂ ਸਿੱਖਿਆ, ਮੈਂ ਲੁਧਿਆਣਾ ਦੇ RS ਮਾਡਲ ਸਕੂਲ ਦੇ ਵਿੱਚ ਪੜ੍ਹਿਆ, ਤਾਂ ਸਾਡੇ ਸਕੂਲ ਦਾ ਜਿਹੜਾ ਸਿਸਟਮ ਸੀਗਾ ਉਹ ਸਿਰਫ ਤੇ ਸਿਰਫ ਇੱਕੋ ਚੀਜ਼ 'ਤੇ ਉਹਨਾਂ ਦਾ ਫੋਕਸ ਹੁੰਦਾ ਸੀ, ਪੜ੍ਹਾਈ ਅਤੇ ਸਿਰਫ ਪੜ੍ਹਾਈ। ਸੋ ਉਹੀ ਚੀਜ਼ ਜੋ ਅਸੀਂ ਸਿੱਖੀ ਹੈ ਅਸੀਂ ਆਪਣੇ ਇੰਸਟੀਚਿਊਟ ਦੇ ਵਿੱਚ ਵੀ ਉਹੀ ਇੰਪਲੀਮੈਂਟ ਕਰਦੇ ਹਾਂ। ਸਾਡੇ ਕੋਲ ਕਲਾਸ ਸਾਈਜ਼ ਬਹੁਤ ਛੋਟਾ ਹੁੰਦਾ ਕਿਉਂਕਿ ਸਾਡਾ ਫੋਕਸ ਬੱਚੇ ਦੇ ਰਿਜ਼ਲਟ 'ਤੇ ਹੈ। ਆਇਲਸ ਬੱਚਾ ਕਰਨ ਕਿਉਂ ਆਉਂਦਾ ਹੈ? ਆਇਲਸ ਕਰਕੇ ਉਹਨੇ ਬਾਹਰ ਜਾਣਾ ਹੈ। ਜੇ ਕਿਸੇ ਬੱਚੇ ਦੇ ਬੈਂਡ ਹੀ ਨਾ ਆਏ ਤਾਂ ਉਹਦਾ ਬਾਹਰ ਜਾਣ ਦਾ ਸੁਪਨਾ ਕਿੱਦਾਂ ਪੂਰਾ ਹੋਊਗਾ? ਸੋ ਸਾਡਾ ਫੋਕਸ ਹੈ ਬੱਚੇ ਦਾ ਆਇਲਸ ਦਾ ਜਿਹੜਾ ਰਿਜ਼ਲਟ ਹੈ ਉਹ ਆਵੇ, ਬੱਚਾ ਬੈਂਡ ਲਵੇ ਅਤੇ ਬਾਹਰ ਜਾਵੇ। ਜਿੱਦਾਂ ਤੁਸੀਂ ਗੱਲ ਕੀਤੀ ਕਿ ਗਲੀ ਗਲੀ ਦੇ ਵਿੱਚ ਆਇਲ ਸੈਂਟਰ ਖੁੱਲ੍ਹੇ ਹੋਏ ਆ, ਬਹੁਤ ਸਾਰੇ ਸੈਂਟਰ ਤੁਹਾਨੂੰ ਇੱਦਾਂ ਦੇ ਵੀ ਮਿਲ ਜਾਣਗੇ ਕਿ ਜਿੱਥੇ ਪੜ੍ਹਾਉਣ ਵਾਲੇ ਜਿਹੜੇ ਟ੍ਰੇਨਰ ਹੈ ਜਾਂ ਤਾਂ ਉਹਨਾਂ ਨੇ ਕਦੇ ਆਇਲਸ ਅਟੈਂਪਟ ਹੀ ਨਹੀਂ ਕੀਤਾ। ਅਗਰ ਆਇਲਸ ਅਟੈਂਪਟ ਕੀਤਾ ਹੈ ਤਾਂ ਉਹਨਾਂ ਦੇ ਖੁਦ ਦੇ 6 ਜਾਂ 6.5 ਬੈਂਡ ਮੁਸ਼ਕਿਲ ਨਾਲ ਹੈ। ਜਿਹਦੇ ਆਪਣੇ 6 ਬੈਂਡ ਹੈ ਉਹ ਇੱਕ ਬੱਚੇ ਨੂੰ ਜਿਹਨੇ ਚੰਗੀ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਜਾਣਾ ਹੈ, ਜਿਹਨੂੰ 7 ਬੈਂਡ ਚਾਹੀਦੇ ਹੈ, ਤਾਂ ਜਿਹਦੇ ਆਪਦੇ 6 ਬੈਂਡ ਹੈ ਉਸ ਬੱਚੇ ਨੂੰ 7 ਬੈਂਡ ਤੱਕ ਕਿੱਦਾਂ ਲੈ ਕੇ ਜਾਏਗਾ? ਭਾਈ ਲੇਕਿਨ ਸਵਾਲ ਇਹ ਵੀ ਹੈ ਕਿ ਬੱਚਿਆਂ ਨੂੰ ਕਿਵੇਂ ਪਤਾ ਲੱਗੇ ਵੀ ਜਿਹਦੇ ਕੋਲੋਂ ਅਸੀਂ ਪੜ੍ਹਨਾ ਹੈ, ਟ੍ਰੇਨਰ ਸਾਡਾ ਜਿਹੜਾ ਹੈਗਾ ਉਹਦੇ ਬੈਂਡਸ ਕਿੰਨੇ ਨੇ? ਦੇਖੋ, ਜਦੋਂ ਬੱਚਾ ਇੰਸਟੀਚਿਊਟ ਦੇ ਵਿੱਚ ਇਨਕੁਆਇਰੀ ਲੈਣ ਜਾਂਦਾ ਹੈ, ਰਿਸੈਪਸ਼ਨ 'ਤੇ ਜਾਂਦਾ ਹੈ, ਤਾਂ ਇਹ ਬੱਚੇ ਦਾ ਰਾਈਟ ਬਣਦਾ ਹੈ ਬੱਚਾ ਉੱਥੇ ਜਾ ਕੇ ਪੁੱਛੇ ਕਿ ਜਿਹੜੇ ਟ੍ਰੇਨਰ ਨੇ ਮੈਨੂੰ ਪੜ੍ਹਾਉਣਾ ਹੈ ਉਹਦੇ ਆਪ ਦੇ ਕਿੰਨੇ ਬੈਂਡ ਹੈ, ਉਹਨੇ ਖੁਦ ਆਇਲਸ ਅਟੈਂਪਟ ਕੀਤਾ ਵੀ ਹੈ ਜਾਂ ਨਹੀਂ। ਅਗਰ ਕੀਤਾ ਹੈ ਤਾਂ ਤੁਸੀਂ ਮੈਨੂੰ ਉਹਨਾਂ ਦਾ ਸਕੋਰ ਕਾਰਡ ਦਿਖਾ ਦਿਓ। ਅਗਰ ਸਕੋਰ ਕਾਰਡ ਬੱਚਾ ਦੇਖ ਲੈਂਦਾ ਹੈ ਤਾਂ ਬੱਚੇ ਦਾ ਵੀ ਯਕੀਨ ਪੱਕਾ ਹੋ ਜਾਂਦਾ ਹੈ। ਔਰ ਸਕੋਰ ਕਾਰਡ ਹੋਏਗਾ ਤਾਂ ਉਸ ਟੀਚਰ ਦਾ ਨਾ ਜਾਂ ਟ੍ਰੇਨਰ ਦਾ ਜਿਹਨੇ ਆਪ ਅਟੈਂਪਟ ਕੀਤਾ ਹੋਏਗਾ, ਜਿਹਦੇ ਬੈਂਡ ਹੋਣਗੇ ਉਹਦਾ ਹੀ ਸਕੋਰ ਕਾਰਡ ਹੋਏਗਾ। ਭਾਈ ਲੇਕਿਨ ਤੁਹਾਨੂੰ ਲੱਗਦਾ ਕਿ ਬੱਚੇ ਪੁੱਛ ਸਕਦੇ ਨੇ? ਕਿਉਂਕਿ ਬੱਚਿਆਂ ਦੇ ਵਿੱਚ ਇੱਕ ਡਰ, ਇੱਕ ਸਹਿਮ ਜਿਹਾ ਹੁੰਦਾ ਵੀ ਅਸੀਂ ਸਵਾਲ ਕਿਵੇਂ ਕਰੀਏ, ਹਾਲਾਂਕਿ ਪੈਸੇ ਉਹਨਾਂ ਨੇ ਖਰਚਣੇ ਹੁੰਦੇ ਆ। ਦੇਖੋ, ਬਿਲਕੁਲ ਤੁਹਾਡੇ ਸਵਾਲ ਦਾ ਜਵਾਬ ਤੁਸੀਂ ਆਪ ਹੀ ਦੇਤਾ। ਜਦੋਂ ਬੱਚੇ ਨੇ ਪੈਸੇ ਖਰਚਣੇ ਆ ਤਾਂ ਬੱਚਾ ਪੁੱਛ ਸਕਦਾ ਹੈ। ਜੇ ਇੰਸਟੀਚਿਊਟ ਉਹਨੂੰ ਇਹ ਚੀਜ਼ ਨਹੀਂ ਦਿਖਾਉਂਦਾ, ਉਹਦੇ ਸਵਾਲਾਂ ਦੇ ਜਵਾਬ ਪ੍ਰੋਪਰ ਨਹੀਂ ਦੇ ਪਾਉਂਦਾ, ਤਾਂ ਬੱਚੇ ਕੋਲ ਹੋਰ ਹਜ਼ਾਰਾਂ ਇੰਸਟੀਚਿਊਟ ਹੈ, ਬੱਚਾ ਜਿੱਥੇ ਮਰਜ਼ੀ ਚਲਾ ਜਾਵੇ। ਉਹੀ ਗੱਲ ਆ ਗਈ, ਹਰ ਗਲੀ ਮਹੱਲੇ 'ਚ ਇੰਸਟੀਚਿਊਟ ਬਹੁਤ ਨੇ। ਅਤੇ ਮੈਂ ਅਗਲਾ ਸਵਾਲ ਕਰਾਂਗਾ। ਸਵਾਲ ਇਹ ਆਉਂਦਾ ਹੈ, ਕਈ ਇੰਸਟੀਚਿਊਟਸ ਵਾਲੇ ਕਹਿੰਦੇ ਨੇ ਤੁਸੀਂ ਟੈਨਸ਼ਨ ਨਾ ਲਓ, ਸਾਡੇ ਕੋਲ ਆਈਲੈਟਸ ਵਾਲੇ ਬੰਦੇ ਹੈਗੇ ਨੇ। ਤੁਸੀਂ ਵੀ ਬੰਦੇ ਰੱਖੇ ਨੇ ਆਈਲੈਟਸ ਵਾਲੇ? ਦੇਖੋ, ਜਿਹੜੇ ਕਹਿੰਦੇ ਆ ਕਿ ਟੈਨਸ਼ਨ ਨਾ ਲਓ, ਸਭ ਤੋਂ ਜ਼ਿਆਦਾ ਟੈਨਸ਼ਨ ਤੁਹਾਨੂੰ ਉੱਥੇ ਹੀ ਲੈਣੀ ਚਾਹੀਦੀ ਹੈ, ਕਿਉਂਕਿ ਅੱਜ ਨਹੀਂ ਗੱਲ ਉਹ ਤੁਹਾਨੂੰ ਬਹੁਤ ਵੱਡੀ ਟੈਨਸ਼ਨ ਦੇਣ ਵਾਲੇ ਆ। ਜਿੱਦਾਂ ਤੁਸੀਂ ਗੱਲ ਕੀਤੀ ਬੰਦਿਆਂ ਦੀ, ਤਾਂ ਇੱਦਾਂ ਦਾ ਕੋਈ ਸਿਸਟਮ ਪ੍ਰੈਕਟਿਸ ਦੇ ਵਿੱਚ ਨਹੀਂ ਹੈਗਾ ਕਿ ਕੋਈ ਕਿਸੇ ਦੀ ਜਗ੍ਹਾ 'ਤੇ ਜਾ ਕੇ ਆਇਲਸ ਦਾ ਪੇਪਰ ਦੇ ਸਕੇ ਜਾਂ ਕਿਸੇ ਦੇ ਕੋਲ ਕੋਈ ਹੋਰ ਤਰੀਕਾ ਹੋਵੇ। ਆਇਲਸ ਨੂੰ
ਆਇਲਸ ਦਾ ਪੇਪਰ ਕਲੀਅਰ ਕਰਨ ਦਾ ਸਿਰਫ ਤੇ ਸਿਰਫ ਇੱਕੋ ਹੀ ਤਰੀਕਾ ਹੈ, ਹੂੰ। ਕਿਉਂਕਿ ਆਇਲਸ ਇੱਕ ਲੈਂਗੁਏਜ ਦਾ ਟੈਸਟ ਹੈ, ਇੰਗਲਿਸ਼ ਲੈਂਗੁਏਜ ਦਾ ਟੈਸਟ ਹੈ। ਤਾਂ ਲੈਂਗੁਏਜ ਦੇ ਉੱਪਰ, ਭਾਸ਼ਾ ਦੇ ਉੱਪਰ ਪਕੜ ਕਿਸੇ ਵੀ ਬੰਦੇ ਦੀ ਤਾਂ ਹੀ ਬਣ ਸਕਦੀ ਹੈ ਜੇ ਰੈਗੂਲਰ ਉਹਦੀ ਪ੍ਰੈਕਟਿਸ ਕਰਾਂਗੇ, ਜ਼ਿਆਦਾ ਤੋਂ ਜ਼ਿਆਦਾ ਪ੍ਰੈਕਟਿਸ ਕਰਾਂਗੇ। ਸੋ ਇੱਕੋ ਹੀ ਤਰੀਕਾ ਹੈ, ਟ੍ਰੇਨਿੰਗ ਐਂਡ ਟ੍ਰੇਨਿੰਗ। ਜਿੰਨੀ ਟ੍ਰੇਨਿੰਗ ਬੱਚਾ ਕਰੂਗਾ ਉਹਨਾਂ ਉਹਦੇ ਬੈਂਡ ਇੰਪਰੂਵ ਹੋਣਗੇ। ਦੂਜੀਆਂ ਕਿਸੇ ਪ੍ਰੈਕਟਿਸਿਸ ਦੇ ਵਿੱਚ ਪੈਣ ਦੀ ਜ਼ਰੂਰਤ ਨਹੀਂ ਹੈਗੀ। ਉਹਦੇ ਨਾਲ ਸਿਰਫ ਤੇ ਸਿਰਫ ਪੈਸਾ ਤੇ ਸਮੇਂ ਦੀ ਬਰਬਾਦੀ ਹੋਣੀ ਹੈ, ਇਸ ਤੋਂ ਇਲਾਵਾ ਹੋਰ ਕੁਝ ਨਹੀਂ। ਨਹੀਂ, ਜਿਹੜੇ ਕਹਿੰਦੇ ਨੇ ਕੋਈ ਚੱਕਰ ਨਹੀਂ, ਤੁਹਾਡੀ ਜਗ੍ਹਾ ਪੇਪਰ ਬੰਦਾ ਕੋਈ ਹੋਰ ਦਿਆਊਂਗਾ, ਸਾਡੇ ਕੋਲ ਬੰਦੇ ਬਹੁਤ ਨੇ। ਦੇਖੋ ਪੋਸੀਬਲ ਹੀ ਨਹੀਂ ਹੈ। ਉਹਨਾਂ ਦਾ ਸਿਸਟਮ ਇੰਨਾ ਕੁ ਰਿਫਾਈਨਡ ਸਿਸਟਮ ਹੈਗਾ ਕਿ ਜਦੋਂ ਬੱਚਾ ਇੱਕ ਪੇਪਰ ਦੇਣ ਆਇਲਸ ਦਾ ਜਾਂਦਾ ਹੈ ਤਾਂ ਉਹਦੇ ਆਇਲਸ ਦੇ ਪੇਪਰ ਦੀ ਸਾਰੀ ਵੀਡੀਓ ਰਿਕਾਰਡਿੰਗ ਹੁੰਦੀ ਹੈ। ਤੇ ਜਿਹੜਾ ਤੁਸੀਂ ਆਇਲਸ ਦਾ ਟੈਸਟ ਸਕੋਰ ਕਾਰਡ ਅਗਰ ਦੇਖੋਗੇ ਤਾਂ ਉਹਦੇ ਤੇ ਜਿਹੜੀ ਫੋਟੋ ਹੁੰਦੀ ਹੈ, ਜਦੋਂ ਬੱਚਾ ਪੇਪਰ ਦੇਣ ਜਾਂਦਾ ਉਹਦੀ ਲਾਈਵ ਫੋਟੋ ਉਹਦੇ ਤੇ ਹੁੰਦੀ ਹੈ। ਤਾਂ ਮੇਰੀ ਜਗ੍ਹਾ ਅਗਰ ਤੁਸੀਂ ਪੇਪਰ ਦੇਣ ਗਏ ਹੋ ਤਾਂ ਤੁਸੀਂ ਖੁਦ ਇਸ ਚੀਜ਼ ਨੂੰ ਇਮੇਜਿਨ ਕਰ ਸਕਦੇ ਹੋ ਕਿ ਸਕੋਰ ਕਾਰਡ ਤੇ ਉਸ ਬੱਚੇ ਦੀ ਫੋਟੋ ਕਿੱਦਾਂ ਆ ਸਕਦੀ ਹੈ। ਲਾਈਕ ਜਿਵੇਂ ਸਾਡੇ ਬੋਰਡ ਦੇ ਐਗਜ਼ਾਮ ਹੁੰਦੇ ਨੇ, ਸਾਡੇ ਜੋ ਸਾਡੇ ਰੋਲ ਨੰਬਰ ਹੈ ਉਹਦੇ ਉੱਪਰ ਫੋਟੋ ਲੱਗੀ ਹੁੰਦੀ ਹੈ, ਕੋਈ ਬੰਦਾ ਹੋਰ ਕੋਈ ਜਾ ਹੀ ਨਹੀਂ ਸਕਦਾ। ਮੇਰੇ ਖਿਆਲ ਉਵੇਂ ਹੀ ਇਹ ਹੁੰਦਾ। ਬਿਲਕੁਲ, ਇਹ ਉਹਦੇ ਨਾਲੋਂ ਵੀ 2 ਜਾਂ 3 ਸਟੈਪ ਐਡਵਾਂਸ ਉਹਨਾਂ ਦਾ ਜਿਹੜਾ ਸਿਸਟਮ ਹੈਗਾ। ਸੋ ਇਹਦੇ ਨਾਲ ਚੀਟ ਨਹੀਂ ਹੋ ਸਕਦਾ। ਅੱਛਾ, ਕਈ ਬੱਚਿਆਂ ਦੇ ਵਿੱਚ ਇਹ ਵੀ ਬਹੁਤ ਵੱਡਾ ਵਹਿਮ ਹੁੰਦਾ ਹੈ ਕਿ ਸਾਡਾ ਪੇਪਰ ਤੁਸੀਂ ਬਠਿੰਡਿਓਂ ਭਰਵਾਓ, ਮੋਗੇ ਤੋਂ ਭਰਵਾਓ, ਉੱਥੇ ਬੈਂਡ ਜ਼ਿਆਦਾ ਆਉਂਦੇ ਨੇ ਜਾਂ ਪੇਪਰ ਸੌਖਾ ਆਉਂਦਾ ਹੈ। ਇਹਦੇ 'ਚ ਕਿੰਨੀ ਕੁ ਸੱਚਾਈ ਹੈ? ਦੇਖੋ ਇਹ 90% ਤੋਂ ਵੀ ਜ਼ਿਆਦਾ ਇਹਦੀ ਰੇਸ਼ੋ ਹੈਗੀ ਹੈ। ਜਿਹੜੇ ਲੋਕ ਇੱਦਾਂ ਸੋਚਦੇ ਆ ਕਿ ਅਗਰ ਅਸੀਂ ਇੱਕ ਰਿਮੋਟ ਏਰੀਆ ਦੇ ਵਿੱਚ ਜਾ ਕੇ ਪੇਪਰ ਦਿੰਦੇ ਹਾਂ ਤਾਂ ਸ਼ਾਇਦ ਉੱਥੇ ਪੇਪਰ ਸੌਖਾ ਆਊਗਾ ਜਾਂ ਉੱਥੇ ਬੈਂਡ ਜ਼ਿਆਦਾ ਆ ਸਕਦੇ ਆ। ਸੋ ਇਸ ਗੱਲ ਦੇ ਵਿੱਚ 1% ਦੀ ਵੀ ਸੱਚਾਈ ਹੈ ਨਹੀਂ, ਕਿਉਂਕਿ ਪੇਪਰ ਜਿਹੜਾ ਆਲ ਇੰਡੀਆ ਲੈਵਲ ਤੇ ਹੈ ਉਹ ਸੇਮ ਆਣਾ ਹੈ, ਕਿਉਂਕਿ ਪੇਪਰ ਦੀਆਂ ਡੇਟ ਸੇਮ ਹੁੰਦੀਆਂ। ਸੋ ਪੇਪਰ ਦਾ ਪੈਟਰਨ ਇਵਨ ਇੱਕ ਕੁਐਸਚਨ ਪੇਪਰ ਦੇ ਵਿੱਚ ਸੇਮ ਰਹਿਣਾ, ਉਹਦੇ 'ਚ ਕੁਝ ਚੇਂਜ ਨਹੀਂ ਹੋਣਾ। ਇਹ ਸਿਰਫ ਤੇ ਸਿਰਫ ਬੱਚੇ ਦੇ ਮਨ ਦਾ ਵਹਿਮ ਹੈ। ਕਿਸੇ ਮੇਰੇ ਵਰਗੇ ਦੇ ਉਹਨੇ ਲੁਧਿਆਣੇ ਪੇਪਰ ਦਿੱਤਾ, ਉਹਦੇ ਬੈਂਡ ਨਹੀਂ ਆਏ, ਤੇ ਉਹਨੇ ਕਿਤੇ ਜਾ ਕੇ ਮੋਗੇ ਪੇਪਰ ਦਿੱਤਾ ਤੇ ਉਹਦੇ ਬੈਂਡ ਆ ਗਏ। ਤਾਂ ਕਿਸੇ ਦਾ ਤੁੱਕਾ ਚੱਲ ਗਿਆ ਤੇ ਉਹਨੇ ਅੱਗੇ ਇਸ ਚੀਜ਼ ਨੂੰ ਉਹ ਰੂਲ ਹੀ ਬਣਾਤਾ ਕਿ ਹਾਂਜੀ ਤੁਸੀਂ ਰਿਮੋਟ ਏਰੀਆ ਦੇ ਵਿੱਚ ਜਾ ਕੇ ਦਓਗੇ ਤਾਂ ਤੁਹਾਡੇ ਬੈਂਡ ਆ ਜਾਣੇ। ਸੋ ਇਦਾਂ ਦੀ ਕੋਈ ਚੀਜ਼ ਨਹੀਂ ਹੈ, ਇਦਾਂ ਦੀ ਪ੍ਰੈਕਟਿਸਿਸ ਦੇ ਵਿੱਚ ਪੈਣ ਦੀ ਕੋਈ ਜ਼ਰੂਰਤ ਨਹੀਂ ਹੈ ਬੱਚੇ ਨੂੰ। ਚਲੋ, ਇਹ ਤਾਂ ਰਹੀ ਆਈਲੈਟਸ ਦੀ ਗੱਲ। ਆਈਲੈਟਸ ਅੰਤ ਨਹੀਂ, ਆਈਲੈਟਸ ਤੋਂ ਬੇਸਿਕਲੀ ਸ਼ੁਰੂਆਤ ਹੁੰਦੀ ਹੈ ਤੇ ਅਗਲਾ ਨੰਬਰ ਹੁੰਦਾ ਹੈ ਜਾਂ ਕਹਿ ਲਓ ਫਾਈਨਲ ਡੈਸਟੀਨੇਸ਼ਨ ਹੁੰਦੀ ਹੈ ਕਿ ਸਾਡਾ ਵੀਜ਼ਾ ਲੱਗੇ। ਜਦੋਂ ਗੱਲ ਵੀਜ਼ੇ ਦੀ ਆਉਂਦੀ ਹੈ ਤਾਂ ਮੇਰੇ ਦਿਲ ਦੇ ਵਿੱਚ ਸਭ ਤੋਂ ਪਹਿਲਾ ਸਵਾਲ ਇਹ ਆਉਂਦਾ ਹੈ ਕਿ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਭਾਜੀ ਇਹਦੇ ਪਿੱਛੇ ਦੀ ਕਹਾਣੀ ਕੀ ਹੈ? ਦੇਖੋ 2 ਤਰੀਕੇ ਦੀ ਪ੍ਰੈਕਟਿਸ ਅੱਜ ਦੇ ਟਾਈਮ ਦੇ ਵਿੱਚ ਹੋ ਰਹੀ ਹੈ। ਪਹਿਲੀ ਤਾਂ ਆਪਾਂ ਗੱਲ ਕਰਾਂਗੇ ਕਿ ਜਿਸ ਵੀ ਕੰਟਰੀ ਕਿਸੇ ਬੱਚੇ ਨੇ ਵੀਜ਼ਾ ਅਪਲਾਈ ਕਰਨਾ ਹੈ, ਉਸ ਕੰਟਰੀ ਦੀਆਂ ਜਿਹੜੀਆਂ ਗਾਈਡਲਾਈਨਸ ਹੈਗੀਆਂ, ਇੱਕ ਚੈੱਕਲਿਸਟ ਅੰਬੈਸੀ ਵੱਲੋਂ ਇਸ਼ੂ ਕੀਤੀ ਜਾਂਦੀ ਹੈ। ਜੇ ਆਪਾਂ ਗੱਲ ਕਰੀਏ ਕੈਨੇਡਾ ਦੀ, ਕਿਉਂਕਿ ਹਰ ਬੱਚੇ ਦਾ ਟਾਰਗੇਟ ਪਹਿਲਾ ਕੈਨੇਡਾ ਹੀ ਹੈ ਕਿ ਮੇਰਾ ਆਇਲਸ ਦਾ ਅਗਰ ਮੇਰਾ ਸਕੋਰ ਆਉਂਦਾ ਹੈ ਤਾਂ ਮੈਂ ਕੈਨੇਡਾ ਜਾ ਕੇ ਸੈਟਲ ਹੋਵਾਂ। ਸੋ ਗੱਲ ਕੈਨੇਡਾ ਦੀ ਆਪਾਂ ਕਰਦੇ ਹਾਂ ਕਿ ਕੈਨੇਡਾ ਦੀਆਂ ਜੋ ਗਾਈਡਲਾਈਨਸ ਕਹਿੰਦੀਆਂ, ਕੈਨੇਡੀਅਨ ਹਾਈ ਕਮਿਸ਼ਨ ਦੀਆਂ ਗਾਈਡਲਾਈਨਸ ਇਹ ਕਹਿੰਦੀਆਂ ਕਿ ਬੱਚਾ ਆਪਣੀ ਫੀਸ ਜਾਂ ਤਾਂ ਆਪ ਭਰੇ ਜਾਂ ਉਹਦੇ ਪੇਰੈਂਟਸ ਭਰਨ। ਬੱਚਾ ਤਾਂ ਦੇਖੋ ਸਟੂਡੈਂਟ ਹੈ, ਉਹ ਤਾਂ ਕਮਾਉਣ ਕਿਤੇ ਜਾਊਗਾ ਨਹੀਂ, ਉਹਦੇ ਪੇਰੈਂਟਸ ਦਾ ਹੀ ਪੈਸਾ ਹੋਊਗਾ ਜਾਂ ਤਾਂ ਬੱਚੇ ਦੇ ਅਕਾਊਂਟ 'ਚੋਂ ਬਾਹਰ ਜਾਵੇ। ਪਰ ਇਹ ਸਾਰਾ ਕੁਝ ਪਹਿਲਾਂ ਹੁੰਦਾ ਹੈ। ਮੈਂ ਤੁਹਾਨੂੰ ਥੋੜ੍ਹਾ ਸ਼ਾਰਟ ਦੇ ਵਿੱਚ ਪ੍ਰੋਸੈਸ ਸਮਝਾ ਦਿੰਦਾ ਕਿ ਪ੍ਰੋਸੈਸ ਕਿੱਦਾਂ ਹੁੰਦਾ। ਸਭ ਤੋਂ ਪਹਿਲਾਂ ਬੱਚੇ ਦਾ ਆਇਲਸ ਦਾ ਸਕੋਰ ਜਦੋਂ ਆ ਗਿਆ ਤਾਂ ਬੱਚਾ ਅਪਲਾਈ ਕਰਦਾ ਆਫਰ ਲੈਟਰ ਦੇ ਲਈ, ਕਿਸੇ ਵੀ ਕਾਲਜ ਦੇ ਵਿੱਚ ਐਡਮਿਸ਼ਨ ਦੇ ਲਈ। ਜਿੱਦਾਂ ਹੀ ਆਫਰ ਲੈਟਰ ਆਉਂਦੀ ਹੈ ਤਾਂ ਦੂਜਾ ਸਟੈਪ ਹੁੰਦਾ ਹੈ ਉਸ ਕਾਲਜ ਦੀ ਫੀਸ ਜਮ੍ਹਾਂ ਕਰਾਉਣੀ ਹੁੰਦੀ ਹੈ, ਜਿਹੜੀ ਕਿ ਉਸ ਆਫਰ ਲੈਟਰ 'ਤੇ ਲਿਖੀ ਹੁੰਦੀ ਹੈ। ਔਨ ਐਨ ਐਵਰੇਜ 1 ਸਾਲ ਦੀ ਫੀਸ ਜਿਹੜੀ ਕੈਨੇਡਾ ਦੇ ਵਿੱਚ ਤਕਰੀਬਨ ਚੰਗੇ ਕਾਲਜਸ, ਯੂਨੀਵਰਸਿਟੀ, ਅਗਰ ਮੈਂ ਸਰਕਾਰੀ ਕਾਲਜਸ ਦੀ ਗੱਲ ਕਰਾਂ, ਗਵਰਨਮੈਂਟ ਕਾਲਜਸ ਦੀ ਗੱਲ ਕਰਾਂ, ਤਾਂ ਅੰਦਾਜ਼ਨ 8 ਤੋਂ 9 ਲੱਖ ਰੁਪਇਆ ਫੀਸ 1 ਸਾਲ ਦੀ ਹੁੰਦੀ ਹੈ, ਜਿਹੜੀ ਕਿ ਦੂਜਾ ਸਟੈਪ ਹੈ ਬੱਚੇ ਨੇ ਭਰਵਾਉਣੀ ਹੈ। ਜਿੱਦਾਂ ਹੀ ਫੀਸ ਬੱਚਾ ਭਰਵਾਉਂਦਾ ਹੈ ਤਾਂ ਉਹਦੀ ਹਫ਼ਤੇ ਦੇ ਵਿੱਚ ਕਾਲਜ ਵੱਲੋਂ ਰਸੀਦ ਆ ਜਾਂਦੀ ਹੈ ਕਿ ਫੀਸ ਸਾਨੂੰ ਪਹੁੰਚ ਗਈ। ਅਗਲਾ ਸਟੈਪ ਹੁੰਦਾ ਹੈ GIC। ਤਾਂ GIC ਬੱਚੇ ਨੇ ਭਰਵਾਉਣਾ ਹੈ। 10,200 ਕੈਨੇਡੀਅਨ ਡਾਲਰ ਉਹ ਹੁੰਦਾ ਹੈ, ਇੰਡੀਅਨ ਕਰੰਸੀ ਦੇ ਵਿੱਚ 5.5 ਲੱਖ ਉਹ ਬਣਦਾ ਹੈ। ਤੀਜਾ ਸਟੈਪ ਉਹ ਹੋ ਗਿਆ। ਚੌਥਾ ਹੋ ਗਿਆ ਬੱਚੇ ਨੇ ਮੈਡੀਕਲ ਐਗਜ਼ਾਮੀਨੇਸ਼ਨ ਆਪਣਾ ਕਰਵਾਉਣਾ ਕਿ ਉਹ ਫਿਜ਼ੀਕਲੀ ਫਿੱਟ ਹੈ, ਉਹਨੂੰ ਕੋਈ ਸੀਰੀਅਸ ਕੋਈ ਇਸ਼ੂ ਨਹੀਂ ਹੈਗਾ। ਮੈਡੀਕਲ ਹੋਣ ਤੋਂ ਬਾਅਦ 5ਵਾਂ ਸਟੈਪ ਹੈ ਕਿ ਫਾਈਲ ਸਬਮਿਟ ਹੁੰਦੀ ਹੈ ਐਮਬੈਸੀ ਦੇ ਵਿੱਚ, ਜਿਹੜਾ ਕਿ ਪ੍ਰੋਸੈਸ ਆਨਲਾਈਨ ਹੈ। ਇਸ ਟਾਈਮ ਆਨਲਾਈਨ ਹੀ ਹੈ, ਪਹਿਲਾਂ ਆਫਲਾਈਨ ਵੀ ਸੀ ਕੋਵਿਡ ਤੋਂ ਪਹਿਲਾਂ, ਬਟ ਇਸ ਟਾਈਮ ਸਿਰਫ ਆਨਲਾਈਨ ਸਬਮਿਟ ਹੋ ਰਹੀ ਹੈ। ਸੋ ਇਹ 5 ਸਟੈਪ ਦੇ ਵਿੱਚ ਪ੍ਰੋਸੈਸ ਕੰਪਲੀਟ ਹੁੰਦਾ ਹੈ। 5ਵਾਂ ਸਟੈਪ ਜਿਹੜਾ ਹੈਗਾ ਵੀਜ਼ਾ ਫਾਈਲਿੰਗ ਦਾ, ਜਦੋਂ ਬੱਚਾ ਵੀਜ਼ਾ ਫਾਈਲ ਕਰਦਾ ਹੈ ਤਾਂ ਅੰਦਾਜ਼ਨ 1 ਮਹੀਨੇ ਦੇ ਵਿੱਚ ਉਹਦਾ ਵੀਜ਼ਾ ਆ ਜਾਂਦਾ ਹੈ। ਸੋ ਇਸ ਪ੍ਰੋਸੈਸ ਤੋਂ ਇਹ ਸਮਝ ਲੱਗਦਾ ਹੈ ਕਿ ਜਿਹੜੀ ਫੀਸ ਹੈ ਜਾਂ GIC ਹੈ, ਜਿੰਨੇ ਵੀ ਖਰਚੇ ਹੈ, ਉਹ ਸਾਰੇ ਵੀਜ਼ਾ ਲੱਗਣ ਤੋਂ ਪਹਿਲਾਂ ਬੱਚੇ ਨੂੰ ਪੇ ਕਰਨੇ ਪੈਣੇ ਆ ਤੇ ਉਸ ਤੋਂ ਬਾਅਦ ਬੱਚੇ ਦਾ ਵੀਜ਼ਾ ਆਉਣਾ ਤੇ ਫਿਰ ਬੱਚੇ ਨੇ ਟਿਕਟ ਲੈ ਕੇ ਕੈਨੇਡਾ ਜਾਣਾ ਹੈ। ਲੇਕਿਨ ਫਿਰ ਵੀਜ਼ਾ ਲੱਗਣ ਤੋਂ ਬਾਅਦ ਸਾਰੀ ਫੀਸ, ਇਹ ਗੱਲ ਆਈ ਕਿੱਥੋਂ? ਤੁਸੀਂ ਵੀ ਕਹਿੰਦੇ ਹੋ? ਮੈਂ ਉਸੇ ਚੀਜ਼ ਤੇ ਮੈਂ ਹੁਣ ਆਉਣ ਲੱਗਿਆ
ਕਿ ਅਗਰ ਅਸੀਂ ਇੱਕ ਸਿਸਟਮ ਨੂੰ ਫੋਲੋ ਕਰਦੇ ਹਾਂ, ਜੋ ਉਹਨਾਂ ਦਾ ਇੱਕ ਰਾਈਟ ਸਿਸਟਮ ਹੈਗਾ, ਕੈਨੇਡੀਅਨ ਹਾਈ ਕਮਿਸ਼ਨ ਦਾ ਬਣਾਇਆ ਹੋਇਆ, ਕੈਨੇਡੀਅਨ ਗਵਰਨਮੈਂਟ ਦਾ ਬਣਾਇਆ ਹੋਇਆ, ਤਾਂ ਉਹ ਸਿਸਟਮ ਹੈ। ਹੁਣ ਇੱਕ ਸਿਸਟਮ ਹੈ ਜਿਹੜਾ ਇੱਥੇ ਪ੍ਰੈਕਟਿਸ ਦੇ ਵਿੱਚ ਚੱਲ ਰਿਹਾ, ਜੋ ਅਸੀਂ ਲੋਕਾਂ ਨੇ ਬਣਾਇਆ। ਅਸੀਂ ਲੋਕਾਂ ਨੇ ਸਾਡੀ ਇੰਡਸਟਰੀ ਦੇ ਲੋਕਾਂ ਨੇ ਬਣਾਇਆ, ਜਾਂ ਕਹਿ ਲਓ ਕਿ ਲੋਕਾਂ ਨੇ ਉਸ ਚੀਜ਼ ਨੂੰ ਅਸੈਪਟ ਕੀਤਾ। ਦੇਖੋ ਜੇ ਆਪਾਂ ਗੱਲ ਕਰਦੇ ਹਾਂ ਕਿ ਤਾਲੀ ਕਦੇ ਇੱਕ ਹੱਥ ਨਾਲ ਨਹੀਂ ਵੱਜਦੀ, ਦੋਨਾਂ ਹੱਥਾਂ ਨਾਲ ਵੱਜਦੀ ਹੈ। ਅਗਰ ਕੋਈ ਇਸ ਚੀਜ਼ ਦੀ ਐਡ ਦਿੰਦਾ ਕਿ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਤੇ ਲੋਕ ਇਸ ਚੀਜ਼ ਨੂੰ ਨਾ ਖਰੀਦਦੇ, ਤਾਂ ਸ਼ਾਇਦ ਉਹ ਦੂਜੀ ਵਾਰੀ ਇਸ ਚੀਜ਼ ਦੀ ਐਡ ਨਾ ਕਰਦਾ। ਅਲਕੋਹਲ ਦੀ ਬੋਟਲ ਤੇ ਵੀ ਲਿਖਿਆ ਹੁੰਦਾ ਹੈ ਕਿ ਲੀਕਰ ਕੰਜ਼ੰਪਸ਼ਨ ਇਜ਼ ਇੰਜੂਰੀਅਸ ਟੂ ਹੈਲਥ, ਬਟ ਫਿਰ ਵੀ ਲੋਕਾਂ ਨੂੰ ਪਤਾ ਹੈ ਹਾਨੀਕਾਰਕ ਹੈ, ਪਰ ਫਿਰ ਵੀ ਲੋਕ ਖਰੀਦਦੇ ਆ ਤੇ ਪੀਂਦੇ ਆ। ਸੋ ਸੇਮ ਚੀਜ਼ ਇੱਥੇ ਵੀ ਹੋਈ ਕਿ ਜਦੋਂ ਇੱਕ ਸਿਸਟਮ ਨੂੰ ਫੋਲੋ ਕਰਨਾ ਅਸੀਂ ਛੱਡਿਆ ਤਾਂ ਉਹਦੇ ਸਾਈਡ ਇਫੈਕਟ ਵੀ ਸਾਹਮਣੇ ਆਉਂਦੇ ਆ। ਅੱਜ ਇਹ ਪ੍ਰੈਕਟਿਸ ਬਣੀ, ਬਹੁਤ ਸਾਰੇ ਲੋਕ ਕਹਿੰਦੇ ਆ ਕਿ ਪੈਸੇ ਵੀਜ਼ਾ ਲੱਗਣ ਤੋਂ ਬਾਅਦ, ਤਾਂ ਉਹਦੇ 'ਚ ਅਸਲ ਸੱਚਾਈ ਕੀ ਹੈ ਕਿ ਜਿਹੜੇ ਚੰਗੇ ਕਾਲਜਿਸ ਹੈ ਕੈਨੇਡਾ ਦੇ ਵਿੱਚ, ਚੰਗੇ ਕਾਲਜਿਸ ਯੂਨੀਵਰਸਿਟੀਜ਼, ਉਹਨਾਂ ਦੇ ਵਿੱਚ ਫੀਸ ਜਾਂਦੀ ਹੈ ਪਹਿਲਾਂ, ਪਰ ਕੁਝ ਪ੍ਰਾਈਵੇਟ ਕਾਲਜਿਸ ਵੀ ਹੈਗੇ ਆ ਜਿਨ੍ਹਾਂ ਦੇ ਵਿੱਚ ਬਾਅਦ ਦੇ ਵਿੱਚ ਵਰਕ ਪਰਮਿਟ ਨਹੀਂ ਮਿਲਦਾ। ਤਾਂ ਉਹ ਕਾਲਜ ਕਹਿੰਦੇ ਆ ਕਿ ਤੁਸੀਂ ਐਡਮਿਸ਼ਨ ਲਓ, ਤੁਹਾਨੂੰ ਫੀਸ ਭਰਾਉਣ ਦੀ ਕੋਈ ਲੋੜ ਨਹੀਂ, ਅਸੀਂ ਇੱਦਾਂ ਹੀ ਤੁਹਾਨੂੰ ਫੀਸ ਦੀਆਂ ਰਸੀਦਾਂ ਇਸ਼ੂ ਕਰ ਦਾਂਗੇ। ਉਹਦੇ ਬੇਸਿਸ 'ਤੇ ਕਲਾਇੰਟ ਨੂੰ ਇਹ ਕਹਿ ਕੇ ਕਿ ਤੁਹਾਡਾ GIC ਭਰਵਾ ਲਿਆ ਜਾਂਦਾ ਹੈ, ਹਰ ਕੰਸਲਟੈਂਟ ਭਰਵਾ ਲੈਂਦਾ ਹੈ ਕਿ GIC ਭਰ ਦਿਓ, ਤੁਹਾਡਾ ਹੀ ਪੈਸਾ ਹੈ, ਤੁਹਾਡੇ ਅਕਾਊਂਟ 'ਚ ਜਾਣਾ, ਫੀਸ ਤੁਹਾਡੀ ਅਸੀਂ ਭਰਾਂਗੇ ਅਤੇ ਇੰਨੇ ਦਾ ਪੈਕੇਜ ਬਣ ਗਿਆ, ਤੁਹਾਡੇ ਤੋਂ ਪੈਸੇ ਲਵਾਂਗੇ ਵੀਜ਼ਾ ਲੱਗਣ ਤੋਂ ਬਾਅਦ। ਸੋ ਇਹ ਪ੍ਰੈਕਟਿਸ ਫੋਲੋ ਕੀਤੀ ਜਾਂਦੀ ਹੈ। ਪਰ ਮੈਂ ਪਹਿਲਾਂ ਤਾਂ ਮੈਂ ਇਹ ਚੀਜ਼ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਿਆ ਕਿ ਜਿਹੜਾ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਵਾਲੀ ਪ੍ਰੈਕਟਿਸ ਹੈ, ਉਹ ਪ੍ਰੈਕਟਿਸ ਜੈਨੂਅਨ ਤੇ ਐਥੀਕਲ ਪ੍ਰੈਕਟਿਸ ਨਹੀਂ ਹੈ। ਕੈਨੇਡੀਅਨ ਹਾਈ ਕਮਿਸ਼ਨ ਉਹਨੂੰ ਸਹੀ ਨਹੀਂ ਮੰਨਦਾ, ਬਟ ਫਿਰ ਵੀ ਚੱਲ ਰਹੀ ਹੈ। ਅਸੀਂ ਵੀ ਕਹਿੰਦੇ ਹਾਂ ਇਹ ਚੀਜ਼, ਪਰ ਮੈਂ ਇਹ ਕਹਿੰਦਾ ਕਿ ਜਦੋਂ ਤੁਸੀਂ ਪੈਕੇਜ ਵਾਲੇ ਸਿਸਟਮ ਦੇ ਵਿੱਚ ਪੈਂਦੇ ਹੋ, ਜਦੋਂ ਫੀਸ ਆਫਟਰ ਵੀਜ਼ਾ ਵਾਲੇ ਸਿਸਟਮ 'ਚ ਪੈਂਦੇ ਹੋ, ਤਾਂ ਬੱਚਾ ਕਮ ਸੇ ਕਮ ਇਹ ਚੀਜ਼ ਜ਼ਰੂਰ ਦੇਖੇ ਕਿ ਜਿਹੜੇ ਕਾਲਜ ਦੀ, ਪਹਿਲਾਂ ਤਾਂ ਉਹ ਕਿਹੜੇ ਕਾਲਜ ਦੇ ਵਿੱਚ ਉਹਦੀ ਐਡਮਿਸ਼ਨ ਹੋ ਰਹੀ ਹੈ, ਕਿਹੜੇ ਕੋਰਸ ਲਈ ਉਹਦੀ ਐਡਮਿਸ਼ਨ ਹੋ ਰਹੀ ਹੈ, ਅਤੇ ਉਸ ਕੋਰਸ ਲਈ ਫੀਸ ਜਾਣੀ ਕਿੰਨੀ ਹੈ। ਇਹ ਨਾ ਹੋਵੇ ਕਿ ਉਹ 'ਚ ਫੀਸ ਬੱਚੇ ਦੀ ਜਾਣੀ ਹੈ 9 ਲੱਖ ਰੁਪਇਆ ਜਾਂ 10 ਲੱਖ ਰੁਪਇਆ, ਅਤੇ ਉਹਦਾ ਪੈਕੇਜ ਉਹਦੇ ਨਾਲ ਕੀਤਾ ਜਾ ਰਿਹਾ 18 ਲੱਖ ਦਾ ਜਾਂ 20 ਲੱਖ ਦਾ। ਕਿਸੇ ਬੱਚੇ ਦੀ ਫੀਸ ਭਰੀ ਗਈ ਹੈ 9 ਲੱਖ ਰੁਪਇਆ, 10 ਲੱਖ ਰੁਪਇਆ, ਤਾਂ ਉਹਦੇ ਤੋਂ ਲੱਖ 2 ਲੱਖ ਫਾਲਤੂ ਲਿੱਤਾ ਗਿਆ ਵੀਜ਼ਾ ਆਉਣ ਤੋਂ ਬਾਅਦ। ਤਾਂ ਉਹ ਚੀਜ਼ ਸਮਝ ਚਾਹੁੰਦੀ ਹੈ ਕਿ ਪੰਜਾਬੀ 'ਚ ਇੱਕ ਸਿੱਧਾ ਜਿਹਾ ਕਹਿ ਲਈਏ ਕਿ ਵਿਆਜ 'ਤੇ ਪੈਸੇ ਦਿੱਤੇ ਆ, ਮਹੀਨੇ 2 ਮਹੀਨੇ ਵਾਸਤੇ ਉਹਦਾ ਬੰਦੇ ਨੇ ਵਿਆਜ ਵਸੂਲ ਕਰ ਲਿਆ। ਪਰ ਕਾਲਜ, ਜਿਹੜੀ ਪ੍ਰਾਈਵੇਟ ਕਾਲਜਿਸ ਦੀ ਪ੍ਰੈਕਟਿਸ ਕੀਤੀ ਜਾਂਦੀ ਹੈ ਕਿ ਫੀਸ ਜਾ ਵੀ ਨਹੀਂ ਰਹੀ, ਫਿਰ ਵੀ ਬੱਚੇ ਤੋਂ ਡਬਲ ਅਮਾਊਂਟ ਵਸੂਲੀ ਜਾਂਦੀ ਹੈ, ਉਹ ਪ੍ਰੈਕਟਿਸ ਸਰਾਸਰ ਗਲਤ ਹੈ। ਅਤੇ ਪ੍ਰੈਕਟਿਸ ਉਹ ਬੰਦ ਤਦ ਹੀ ਹੋ ਸਕਦੀ ਹੈ ਜਦੋਂ ਸਟੂਡੈਂਟ ਅਵੇਅਰ ਹੋਊਗਾ, ਜਦੋਂ ਪੈਰੈਂਟਸ ਅਵੇਅਰ ਹੋਣਗੇ, ਅਤੇ ਜਦੋਂ ਸਟੂਡੈਂਟ ਇਹ ਚੀਜ਼ ਕੰਸਲਟੈਂਟ ਨੂੰ ਜਾ ਕੇ ਪੁੱਛਣ ਲੱਗ ਗਿਆ ਕਿ ਮੈਨੂੰ ਮੇਰਾ ਕਾਲਜ ਦੱਸੋ ਜਿਹਦੇ 'ਚ ਤੁਸੀਂ ਪੈਕੇਜ ਕਰ ਰਹੇ ਹੋ। ਮੈਂ ਨਹੀਂ ਕਹਿੰਦਾ ਪੈਕੇਜ ਕਰਨਾ ਮਾੜੀ ਗੱਲ ਹੈ। ਦੇਖੋ, ਹਰ ਬੰਦਾ ਚਾਹੁੰਦਾ ਹੈ ਕਿ ਉਹ ਪੈਸੇ ਉਦੋਂ ਹੀ ਦੇਵੇ ਜਦੋਂ ਉਹਦਾ ਕੰਮ ਹੋ ਗਿਆ। ਅਗਰ ਪੈਕੇਜ ਵਾਲੇ ਸਿਸਟਮ 'ਚ ਤੁਸੀਂ ਪੈਣਾ ਚਾਹੁੰਦੇ ਹੋ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡਾ ਕਾਲਜ ਕਿਹੜਾ, ਤੁਹਾਡਾ ਪ੍ਰੋਗਰਾਮ ਕਿਹੜਾ, ਤੁਹਾਡੀ ਫੀਸ ਜਾ ਕਿੰਨੀ ਰਹੀ ਹੈ, ਅਤੇ ਤੁਹਾਡਾ ਟੋਟਲ ਜਿਹੜਾ ਸਿਸਟਮ ਤੁਸੀਂ ਇੱਕ ਕਹਿ ਲਓ ਕਿ ਇੱਕ ਉੱਕਾ ਪੁੱਕਾ ਠੇਕਾ ਕੀਤਾ ਹੈ, ਉਹ ਕਿੰਨੇ 'ਚ ਕੀਤਾ ਹੈ, ਅਤੇ ਤੁਸੀਂ ਕਿੰਨੇ ਪੈਸੇ ਦੇ ਰਹੇ ਹੋ। ਜਦੋਂ ਇਹ ਚੀਜ਼ ਹੋਣ ਲੱਗ ਗਈ ਤਾਂ ਇਹਦੇ 'ਚ ਜਿਹੜੇ ਠੱਗੀ ਦੇ ਚਾਂਸ ਹੈ ਉਹ ਵੀ ਘਟ ਜਾਣਗੇ। ਅੱਜ ਪ੍ਰੋਬਲਮ ਕਿੱਥੇ ਆਉਂਦੀ ਹੈ, ਜਿਹੜੇ ਬੱਚੇ ਦਾ ਤਾਂ ਵੀਜ਼ਾ ਹੋ ਗਿਆ, ਉਹ ਕੈਨੇਡਾ ਪਹੁੰਚ ਗਿਆ, ਉਹ ਭੁੱਲ ਜਾਂਦਾ ਉਹਦਾ 2 ਲੱਖ ਵੱਧ ਲੱਗਿਆ, 4 ਲੱਖ ਵੱਧ ਲੱਗਿਆ, ਉਹ ਭੁੱਲ ਜਾਂਦਾ ਹੈ। ਪਰ ਜਿਹੜੇ ਬੱਚੇ ਦਾ ਵੀਜ਼ਾ ਨਹੀਂ ਹੁੰਦਾ, ਸਭ ਤੋਂ ਵੱਡੀ ਦਿੱਕਤ ਦੇ ਵਿੱਚ ਉਹ ਆਉਂਦਾ। ਦਿੱਕਤ ਦੇ ਵਿੱਚ ਕਿੱਦਾਂ ਆਉਂਦਾ, ਜਦੋਂ ਉਹਨੇ ਪੈਕੇਜ ਕੀਤਾ ਹੁੰਦਾ, ਕੰਸਲਟੈਂਟ ਨੂੰ ਉਹਨੇ ਦਿੱਤਾ ਕੁਛ ਨਹੀਂ, ਤਾਂ ਉਹ ਜਦੋਂ ਉਹਦਾ ਵੀਜ਼ਾ ਰਿਫਿਊਜ਼ ਹੋ ਗਿਆ, ਉਹ ਕੰਸਲਟੈਂਟ ਤੋਂ ਆਪਣੀ ਫਾਈਲ ਮੰਗਣ ਜੋਗਾ ਨਹੀਂ ਰਹਿੰਦਾ ਕਿ ਤੁਸੀਂ ਮੈਨੂੰ ਦਿਖਾ ਦਿਓ ਕਿ ਮੇਰੇ ਵੀਜ਼ਾ ਐਪਲੀਕੇਸ਼ਨ ਦੇ ਵਿੱਚ ਡਾਕੂਮੈਂਟ ਕਿਹੜੇ ਲੱਗੇ ਸੀ ਅਤੇ ਕੀ ਲੱਗਿਆ ਸੀ। ਜਦੋਂ ਉਹਨੂੰ ਇਹੀ ਨਹੀਂ ਪਤਾ, ਜਦੋਂ ਕਿਸੇ ਦਾ ਵੀਜ਼ਾ ਇੱਕ ਵਾਰ ਰਿਜੈਕਟ ਹੋ ਗਿਆ, ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਉਹਦੀ ਜ਼ਿੰਦਗੀ ਉੱਥੇ ਰੁਕ ਗਈ। ਉਹ ਦੂਜੀ ਵਾਰ ਵੀਜ਼ਾ ਅਪਲਾਈ ਕਰ ਸਕਦਾ ਹੈ, ਪਿਛਲੇ ਰਿਫਿਊਜ਼ਲ ਲੈਟਰ ਦੇ ਵਿੱਚ ਦੇਖੇ ਕਿ ਉਹਨੂੰ ਕੀ ਪ੍ਰੋਬਲਮ ਆਈ ਹੈ, ਉਹਨਾਂ ਚੀਜ਼ਾਂ ਨੂੰ ਇੰਪਰੂਵ ਕਰੇ ਅਤੇ ਦੁਬਾਰਾ ਫਾਈਲ ਲਾ ਸਕਦਾ। ਲੇਕਿਨ ਤੁਸੀਂ ਕਿ ਜਿਨ੍ਹਾਂ ਦਾ ਵੀਜ਼ਾ ਨਹੀਂ ਲੱਗਦਾ ਜਾਂ ਵੀਜ਼ਾ ਰਿਫਿਊਜ਼ਲ ਹੋ ਜਾਂਦਾ ਹੈ, ਤਾਂ ਉਹ ਦੁਬਾਰਾ ਫਾਈਲ ਮੰਗਣ ਜੋਗਾ ਜਾਂ ਪੁੱਛਣ ਜੋਗਾ ਵੀ ਨਹੀਂ ਰਹਿੰਦਾ। ਪਰ ਭਾਜੀ ਪੈਸੇ ਦੇ ਕੇ ਵੀ ਅੱਜ ਕੱਲ੍ਹ ਦਾ ਇੱਥੇ ਫਾਈਲਾਂ ਨਹੀਂ ਦਿਖਾਉਂਦੇ ਲੋਕ। ਦੇਖੋ, ਇਹ ਸਭ ਤੋਂ ਵੱਡੀ ਜਿਹੜੀ ਅੱਜ ਦੇ ਟਾਈਮ ਦੇ ਵਿੱਚ ਇੱਕ ਤਰਾਸਦੀ ਕਹਿ ਲਈਏ, ਉਹ ਇਹ ਹੈ ਕਿ ਬੱਚਾ ਔਰ ਪੇਰੈਂਟਸ ਅਵੇਅਰਨੈਸ ਦੀ ਉਹਨਾਂ 'ਚ ਕਮੀ ਹੈ, ਜਾਂ ਕਹਿ ਲਈਏ ਕਿ ਅਸੀਂ ਜਿਹੜੀ ਇੱਕ ਸਾਡੀ ਆਦਤ ਹੈ ਪੰਜਾਬੀਆਂ ਦੀ ਕਿ ਜਿਸ ਚੀਜ਼ 'ਤੇ ਬਿਲੀਵ ਕਰਨਾ ਉਹਦੇ 'ਤੇ ਅੱਖਾਂ ਬੰਦ ਕਰਕੇ ਬਿਲੀਵ ਕਰ ਲੈਣਾ, ਤਾਂ ਉਸ ਆਦਤ ਦੀ ਵਜ੍ਹਾ ਕਰਕੇ ਅੱਜ ਅਸੀਂ ਇਹ ਨਤੀਜੇ ਜਿਹੜੇ ਹੈਗੇ ਉਹ ਭੁਗਤਦੇ ਪਏ ਹਾਂ। ਤੁਹਾਨੂੰ ਯਾਦ ਹੋਣਾ ਕਿ ਆਪਾਂ ਪਹਿਲਾਂ ਇੱਕ ਇੰਟਰਵਿਊ ਕੀਤੀ ਸੀ ਜਿਹਦੇ 'ਚ ਅਸੀਂ 4 ਗੱਲਾਂ ਦੱਸੀਆਂ ਸੀ ਕਿ ਉਹ 4 ਗੱਲਾਂ ਦਾ ਅਗਰ ਪਾਲਣ ਬੱਚਾ ਜਾਂ ਮਾਂ ਪਿਓ ਕਰ ਲੈਂਦੇ ਆ ਤਾਂ ਉਹ ਕਦੇ ਵੀ ਠੱਗੀ ਦਾ ਸ਼ਿਕਾਰ ਨਹੀਂ ਹੋਣਗੇ। ਉਹ 4 ਗੱਲਾਂ ਕੀ ਸੀ
ਕਿ ਪਹਿਲਾ ਬੱਚੇ ਨੂੰ ਇਹ ਪਤਾ ਹੋਵੇ ਕਿ ਉਹਦਾ ਕਿਹੜਾ ਕਾਲਜ ਹੈ, ਕਿਹੜਾ ਪ੍ਰੋਗਰਾਮ ਹੈ। ਦੂਜਾ, ਉਹਨੂੰ ਉਹ ਆਪਦੇ ਓਰੀਜਨਲ ਡਾਕੂਮੈਂਟ ਕਦੇ ਕਿਸੇ ਨੂੰ ਨਾ ਦੇਵੇ। ਤੀਜਾ, ਜਿਹੜੀ ਆਪਦੀ ਫੀਸ ਹੈ ਕਾਲਜ ਜਾਂ ਯੂਨੀਵਰਸਿਟੀ ਦੀ, ਉਹ ਡਾਇਰੈਕਟ ਆਪਣੇ ਅਕਾਊਂਟ ਦੇ ਵਿੱਚੋਂ ਡਾਇਰੈਕਟ ਕਾਲਜ ਯੂਨੀਵਰਸਿਟੀ ਨੂੰ ਪੇ ਕਰੇ, ਕਿਸੇ ਵੀ ਏਜੰਟ ਨੂੰ ਨਾ ਕੈਸ਼ ਦੇਵੇ ਤੇ ਨਾ ਉਹਦੇ ਅਕਾਊਂਟ ਦੇ ਵਿੱਚ ਦੇਵੇ। ਤੇ ਚੌਥੀ ਗੱਲ ਸੀਗੀ ਕਿ ਜਦੋਂ ਉਹਦਾ ਵੀਜ਼ਾ ਫਾਈਲ ਹੋ ਰਿਹਾ ਹੈ, ਉਹ ਕੋਲ ਬੈਠੇ ਤੇ ਕੋਲ ਬੈਠ ਕੇ ਕਵੇ ਕਿ ਮੈਨੂੰ ਦਿਖਾਓ ਮੇਰੀ ਫਾਈਲ, ਮੈਨੂੰ ਚੈੱਕ ਕਰਾਓ, ਮੇਰੀ ਫਾਈਲ ਦੀ ਮੈਨੂੰ ਕਾਪੀ ਦੇ ਦਿਓ ਸਬਮਿਟ ਕਰਨ ਤੋਂ ਬਾਅਦ, ਤਾਂ ਕਿ ਉਹਦੇ ਕੋਲ ਰਿਕਾਰਡ ਰਵੇ। ਉਹ ਇਸੇ ਕਰਕੇ ਸੀ ਕਿ ਜਦੋਂ ਉਹਦੇ ਕੋਲ ਰਿਕਾਰਡ ਹੋਏਗਾ, ਮੰਨ ਲਓ ਉਹਦਾ ਕਿਤੇ ਕਿਸੇ ਬੱਚੇ ਦਾ ਪ੍ਰੋਫਾਈਲ ਵੀਕ ਹੈ, ਉਹਦਾ ਰਿਫਿਊਜ਼ ਹੋ ਗਿਆ ਇੱਕ ਵਾਰੀ, ਤਾਂ ਦੂਜੀ ਵਾਰ ਅਗਰ ਉਹ ਕਿਸੇ ਕੋਲ ਫਾਈਲ ਲੈਣ ਜਾਂਦਾ ਹੈ ਤਾਂ ਉਹਦੇ ਕੋਲ ਉਹਦੀ ਫਾਈਲ ਦਾ ਰਿਕਾਰਡ ਹੋਵੇ। ਅੱਜ ਸਭ ਤੋਂ ਵੱਡੀ ਦਿੱਕਤ ਇਹ ਆਉਂਦੀ ਹੈ, ਜਦੋਂ ਇੱਕ ਵਾਰੀ ਰਿਫਿਊਜ਼ ਹੋ ਗਿਆ ਤਾਂ ਬੱਚਾ ਕਹਿੰਦਾ ਮੈਂ ਦੂਜੇ ਕੰਸਲਟੈਂਟ ਕੋਲ ਜਾਵਾਂ, ਤਾਂ ਉਹਨੂੰ ਇਹ ਨਹੀਂ ਪਤਾ ਹੁੰਦਾ ਉਹਦੀ ਪਿਛਲੀ ਫਾਈਲ ਦੇ ਵਿੱਚ ਲੱਗਿਆ ਕੀ ਹੈ। ਨਵਾਂ ਕੰਸਲਟੈਂਟ ਆਪਣੇ ਦਿਮਾਗ ਦੇ ਘੋੜੇ ਦੌੜਾ ਕੇ ਆਪਣੇ ਤਰੀਕੇ ਫਾਈਲ ਲਾ ਦਿੰਦਾ। ਤਾਂ ਜਦੋਂ ਉਹ ਚੀਜ਼ਾਂ ਪਿਛਲੀ ਇਨਫੋਰਮੇਸ਼ਨ ਨਵੀਂ ਇਨਫੋਰਮੇਸ਼ਨ ਦੇ ਨਾਲ ਮੈਚ ਨਹੀਂ ਕਰਦੀ, ਤਾਂ ਮਿਸ ਰਿਪਰੈਜ਼ੈਂਟੇਸ਼ਨ ਦਾ ਜਿਹੜਾ ਹੈਗਾ ਬੱਚੇ 'ਤੇ ਲੱਗ ਜਾਂਦਾ ਹੈ। ਤਾਂ ਉਹ ਮਿਸ ਰਿਪਰੈਜ਼ੈਂਟੇਸ਼ਨ ਹੋਣ ਕਰਕੇ ਬੱਚੇ ਦੀ 5 ਸਾਲ ਤੱਕ ਦੀ ਐਂਟਰੀ ਬੈਨ ਵੀ ਹੋ ਜਾਂਦੀ ਹੈ। ਸੋ ਇਹ ਚੀਜ਼ ਨੂੰ ਇੰਪਰੂਵ ਕਰਨ ਦੇ ਲਈ ਹੀ ਅਸੀਂ ਕਹਿੰਦੇ ਹਾਂ ਕਿ ਜਿਹੜੀ ਪ੍ਰੈਕਟਿਸ ਹੈ ਉਹ ਇੱਦਾਂ ਹੋਣੀ ਚਾਹੀਦੀ ਹੈ, ਬੱਚੇ ਕੋਲ ਬੈਠ ਕੇ ਆਪਣੀ ਫਾਈਲ ਲਵਾਉਣ। ਬਿਲਕੁਲ ਜੀ, ਟਰਾਂਸਪੇਰੈਂਸੀ ਹੋਣੀ ਬੜੀ ਜ਼ਰੂਰੀ ਹੈ। ਮੈਂ ਵਾਪਸ ਆਈਲੈਟਸ 'ਤੇ ਆਵਾਂਗਾ। ਤੁਸੀਂ ਕਹਿੰਦੇ ਹੋ ਭਾਜੀ ਆਈਲੈਟਸ ਦੇ ਲਈ ਜਿਹੜੇ ਤੁਹਾਡੇ ਕੋਲ ਟ੍ਰੇਨਰਸ ਨੇ ਉਹ ਵੈਲ ਕੁਆਲੀਫਾਈਡ ਨੇ ਜਾਂ ਉਹਨਾਂ ਦੇ ਚੰਗੇ ਬੈਂਡਸ ਨੇ, ਪਰ ਬੱਚਾ ਜਿਹੜਾ ਤੁਹਾਡੇ ਕੋਲ ਆਈਲੈਟਸ ਕਰੇਗਾ, ਚੰਗੇ ਬੈਂਡਸ ਵੀ ਆਉਣਗੇ, ਵੀਜ਼ਾ ਵੀ ਲਵਾਏਗਾ ਉਹ, ਫਿਰ ਬੱਚਿਆਂ ਨੂੰ ਤੁਸੀਂ ਕੋਈ ਕੰਸੈਸ਼ਨ ਵੀ ਦੇ ਰਹੇ ਹੋ ਕਿ ਨਹੀਂ ਦੇ ਰਹੇ ਹੋ, ਕੋਈ ਆਫਰ ਬੱਚਿਆਂ ਵਾਸਤੇ? ਦੇਖੋ, ਬਹੁਤ ਵਧੀਆ ਤੁਸੀਂ ਚੀਜ਼ ਪੁੱਛੀ ਹੈ। ਮੈਂ ਵੈਸੇ ਵੀ ਕਹਿਣਾ ਚਾਹੁੰਦਾ ਸੀ, ਅਸੀਂ ਇੱਕ ਨਵੀਂ ਸਰਵਿਸ ਸਟਾਰਟ ਕਰ ਰਹੇ ਹਾਂ, ਜਾਂ ਕਹਿ ਲਓ ਕਿ ਇੱਕ ਬੱਚਿਆਂ ਨੂੰ ਸਹੀ ਪ੍ਰੈਕਟਿਸ ਦੇ ਵੱਲ ਬੱਚਿਆਂ ਨੂੰ ਉਹਨਾਂ ਦਾ ਧਿਆਨ ਲੈ ਕੇ ਆਉਣ ਦੇ ਲਈ ਅਸੀਂ ਇੱਕ ਨਵੀਂ ਪ੍ਰੈਕਟਿਸ ਸਟਾਰਟ ਕੀਤੀ ਹੈ ਕਿ ਜਿਹੜਾ ਵੀ ਬੱਚਾ ਸਾਡੇ ਕੋਲ ਵੀਜ਼ਾ ਫਾਈਲ ਕਰਨ ਆਉਂਦਾ ਹੈ, ਅਗਰ ਉਹ ਖੁਦ ਆਪਣੀ ਫਾਈਲ ਦੇ ਵਿੱਚ ਇੰਟਰਸਟ ਲੈਂਦਾ ਹੈ, ਅਗਰ ਉਹ ਇਸ ਚੀਜ਼ ਦੇ ਵਿੱਚ ਇੰਟਰਸਟ ਲੈਂਦਾ ਹੈ ਕਿ ਉਹਦਾ ਕਿਹੜਾ ਕਾਲਜ ਹੈ, ਕਿਹੜਾ ਪ੍ਰੋਗਰਾਮ ਉਹ ਕਰਨ ਚੱਲਿਆ, ਅਤੇ ਜਿਹੜੀਆਂ ਅਸੀਂ 4 ਗੱਲਾਂ ਪਹਿਲਾਂ ਦੱਸੀਆਂ ਉਹਨਾਂ ਦਾ ਪਾਲਣ ਅਗਰ ਬੱਚਾ ਕਰਦਾ ਹੈ, ਆਪਣੀ ਫੀਸ ਆਪ ਸਾਨੂੰ ਨਾ ਪੇ ਕਰੇ, ਕਾਲਜ ਯੂਨੀਵਰਸਿਟੀ ਨੂੰ ਪੇ ਕਰਦਾ ਹੈ, ਫੀਸ ਆਫਟਰ ਵੀਜ਼ਾ ਵਾਲੇ ਚੱਕਰ ਦੇ ਵਿੱਚ ਨਹੀਂ ਪੈਂਦਾ, ਤਾਂ ਅਸੀਂ ਬੱਚੇ ਤੋਂ ਨਾ ਕੋਈ ਪੈਸੇ ਵੀਜ਼ਾ ਲੱਗਣ ਤੋਂ ਪਹਿਲਾਂ ਲਵਾਂਗੇ, ਨਾ ਕੋਈ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇ ਵਿੱਚ ਲਵਾਂਗੇ। ਨਹੀਂ ਮਤਲਬ ਫਿਰ ਤੁਸੀਂ ਨਾ ਪਹਿਲਾਂ ਪੈਸੇ ਲੈਣੇ ਹੈ ਨਾ ਬਾਅਦ 'ਚ ਪੈਸੇ ਲੈਣੇ ਆ, ਫਿਰ ਤੁਸੀਂ ਸਮਾਜ ਸੇਵਾ ਵਾਸਤੇ ਆਪਣਾ ਕੰਮ ਚਲਾ ਰਹੇ ਹੋ, ਪੈਸੇ ਕਮਾਓਗੇ ਕਿਵੇਂ? ਨਹੀਂ ਦੇਖੋ, ਸਮਾਜ ਸੇਵਾ ਤਾਂ ਨਹੀਂ ਹੈਗੀ ਇਹ ਚੀਜ਼। ਫਿਰ ਜਾਂ ਪੈਸੇ ਜ਼ਿਆਦਾ ਆਏ ਹੋਣੇ ਤੁਹਾਡੇ ਕੋਲ? ਨਹੀਂ, ਪੈਸੇ ਜ਼ਿਆਦਾ ਆਏ ਦੀ ਗੱਲ ਨਹੀਂ ਹੈ। ਦੇਖੋ, ਜਦੋਂ ਇੱਕ ਚੀਜ਼ ਕੋਈ ਤੁਹਾਨੂੰ ਨਵੀਂ ਪ੍ਰੈਕਟਿਸ ਤੁਸੀਂ ਸ਼ੁਰੂ ਕਰਨੀ ਹੈ, ਕਿਸੇ ਚੀਜ਼ ਕੋਈ ਨਵਾਂ ਕੰਮ ਕਰਨ ਦੇ ਵਿੱਚ ਤੁਸੀਂ ਅਗਰ ਲੋਕਾਂ ਦਾ ਧਿਆਨ ਖਿੱਚਣਾ ਹੈ ਤਾਂ ਤੁਹਾਨੂੰ ਲੀਹ ਤੋਂ ਹਟ ਕੇ ਕੁਝ ਕਰਨਾ ਪਊਗਾ। ਇੱਕ ਸਿਰਫ ਮੈਂ ਨਹੀਂ ਕਹਿ ਰਿਹਾ, ਹਰ ਇੱਕ ਕੰਸਲਟੈਂਟ ਜਿਹੜਾ ਬੱਚਿਆਂ ਨੂੰ ਬਾਹਰ ਭੇਜਦਾ ਉਹਦੇ ਕਾਲਜਿਸ ਦੇ ਨਾਲ ਟਾਈ ਅਪ ਹੁੰਦੇ ਆ। ਸਾਡੇ ਵੀ ਗਵਰਨਮੈਂਟ ਕਾਲਜਿਸ ਦੇ ਨਾਲ ਅਸੀਂ ਕਾਲਜਿਸ ਨੂੰ ਯੂਨੀਵਰਸਿਟੀਜ਼ ਨੂੰ ਰਿਪਰੈਜ਼ੈਂਟ ਕਰਦੇ ਹਾਂ, ਸਾਡੇ ਟਾਈ ਅਪ ਹੈਗੇ ਆ। ਸੋ ਇੱਕ ਕਮਿਸ਼ਨ ਹਰ ਏਜੰਟ ਨੂੰ ਮਿਲਦੀ ਹੈ ਕਾਲਜਿਸ ਵੱਲੋਂ, ਯੂਨੀਵਰਸਿਟੀਜ਼ ਵੱਲੋਂ, ਉਹ ਸਾਨੂੰ ਵੀ ਮਿਲਣੀ ਹੈ। ਸੋ ਉਸ ਕਮਿਸ਼ਨ ਦੇ ਨਾਲ ਅਸੀਂ ਸੈਟਿਸਫਾਈਡ ਹਾਂ। ਤਾਂ ਸਾਡਾ ਇਸ ਟਾਈਮ ਮੋਟਿਵ ਇਹ ਹੈ ਕਿ ਜਿਹੜੀਆਂ ਰੋਂਗ ਪ੍ਰੈਕਟਿਸਿਸ ਹੋ ਰਹੀਆਂ ਉਹਦੇ ਪ੍ਰਤੀ ਬੱਚੇ ਨੂੰ ਅਵੇਅਰ ਕੀਤਾ ਜਾਵੇ, ਤਾਂ ਬੱਚੇ ਦੇ ਜੇ 4 ਪੈਸੇ ਬਚ ਜਾਣਗੇ। ਜੋ ਇਸ ਟਾਈਮ ਕੋਵਿਡ ਦਾ ਟਾਈਮ ਚੱਲ ਰਿਹਾ ਹੈ, ਜਾਂਦੇ ਹੀ ਬੱਚਿਆਂ ਨੂੰ ਉੱਥੇ ਕੰਮ ਨਹੀਂ ਮਿਲ ਜਾਣਾ। ਜੋਬ ਲੌਸਿਸ ਇੰਡੀਆ ਦੇ ਵਿੱਚ ਵੀ ਹੋਏ ਹੈ, ਜੋਬ ਲੌਸ ਦੂਸਰੀ ਕੰਟਰੀਜ਼ ਦੇ ਵਿੱਚ ਵੀ ਹੈਗੇ ਹੈ। ਤਾਂ ਜੋ 20-50 ਹਜ਼ਾਰ ਬੱਚੇ ਦਾ ਬਚੂਗਾ ਤਾਂ ਕਮ ਸੇ ਕਮ ਉਹਦੇ ਨਾਲ ਬੱਚੇ ਦੀ ਏਅਰ ਟਿਕਟ ਨਿਕਲ ਜੂਗੀ, ਜਾਂ ਬੱਚੇ ਦਾ ਪੈਸੇ ਜਿਹੜੇ ਬਚ ਜਾਣਗੇ ਤਾਂ ਉਹ ਮਾਪੇ ਕੱਲ੍ਹ ਨੂੰ ਬੱਚੇ ਨੂੰ ਉਹਦੇ ਤੀਜੇ ਸਮੈਸਟਰ ਦੀ ਫੀਸ ਦੇ ਲਈ ਜਾਂ ਉਹਦੇ ਰਹਿਣ ਸਹਿਣ ਦੇ ਖਰਚੇ ਦੇ ਲਈ ਕੁਛ ਇੱਧਰੋਂ ਮਦਦ ਕਰ ਦੇਣਗੇ। ਸਿਰਫ ਇੰਨੀ ਕੁ ਸਾਡੀ ਕੋਸ਼ਿਸ਼ ਹੈ। ਭਾਈ ਤੁਹਾਨੂੰ ਲੱਗਦਾ ਨਹੀਂ ਤੁਸੀਂ ਕਈ ਵਾਰ ਜ਼ਿਆਦਾ ਹੀ ਟਰਾਂਸਪੇਰੈਂਟ ਹੋ ਜਾਂਦੇ ਹੋ? ਤੁਸੀਂ ਤਾਂ ਬਾਕੀਆਂ ਦੇ ਚਿੱਠੇ ਵੀ ਖੋਲ੍ਹਤੇ ਵੀ ਦੇਖੋ ਕਮਿਸ਼ਨ ਸਾਰਿਆਂ ਨੂੰ ਮਿਲਦਾ ਹੈ, ਪਰ ਬੇਬਾਕੀ ਦੇ ਨਾਲ ਬੋਲਦਾ ਕੋਈ ਨਹੀਂ ਵੀ ਸਾਨੂੰ ਵੀ ਕਮਿਸ਼ਨ ਮਿਲਦਾ ਹੈ, ਕਿਉਂਕਿ ਉੱਤੋਂ ਕੰਸਲਟੈਂਸੀ ਫੀਸ ਹੀ ਕਈਆਂ ਨੇ ਤਾਂ ਮੈਂ ਕਹਾਂਗਾ 50-50 ਹਜ਼ਾਰ ਕਈ ਲੱਖ ਵੀ ਲੈ ਲੈਂਦੇ ਨੇ। ਵੀਜ਼ਾ ਲਵਾਉਣ ਤੋਂ ਬਾਅਦ ਕਈ ਮੂੰਹ ਮੰਗੇ 2-2 ਲੱਖ ਵੀ ਮੰਗ ਲੈਂਦੇ ਨੇ। ਫਿਰ ਤੁਸੀਂ ਵਾਲੇ ਸਿੱਧੇ ਹੋ ਗਏ, ਕੋਈ ਚੱਕਰ ਨਹੀਂ, ਨਾ ਪੈਸੇ ਪਹਿਲਾਂ ਨਾ ਪੈਸੇ ਬਾਅਦ ਦੇ ਵਿੱਚ, ਜਿੰਨਾ ਕੁ ਸਾਨੂੰ ਕਮਿਸ਼ਨ ਕਾਲਜ ਵੱਲੋਂ ਮਿਲੇਗਾ ਅਸੀਂ ਉਹਦੇ ਵਿੱਚ ਸੈਟਿਸਫਾਈ ਹਾਂ। ਤੁਹਾਨੂੰ ਕਈ ਵਾਰ ਲੱਗਦਾ ਨਹੀਂ ਤੁਸੀਂ ਆਪ ਤਾਂ ਚਲੋ ਘੱਟ ਰੱਖ ਰਹੇ ਹੋ ਪੈਸੇ ਜਾਂ ਆਪਣੇ ਆਪ ਸੈਟਿਸਫਾਈ ਹੈਗੇ ਹੋ, ਪਰ ਦੂਜਿਆਂ ਵਾਸਤੇ ਵੀ ਮੁਸ਼ਕਿਲਾਂ ਖੜੀਆਂ ਕਰ ਰਹੇ ਹੋ? ਦੇਖੋ, ਮੈਂ ਇਕੱਲਾ ਨਹੀਂ ਇਹ ਪ੍ਰੈਕਟਿਸ ਕਰ ਰਿਹਾ। ਸਾਡੇ ਫੀਲਡ ਦੇ ਵਿੱਚ ਹੋਰ ਵੀ ਬਹੁਤ ਸਾਰੇ ਲੋਕ ਹੈ ਜਿਹੜੇ ਇਸ ਪ੍ਰੈਕਟਿਸ ਨੂੰ ਆਲਰੇਡੀ ਕਰਦੇ ਪਏ ਹੈ। ਪਰ ਗੱਲ ਕੀ ਹੁੰਦਾ ਹੈ ਕਿ ਪਰ ਸਾਨੂੰ ਤਾਂ ਕੋਈ ਟੱਕਰਿਆ ਨਹੀਂ ਅੱਜ ਤੱਕ। ਮਤਲਬ
ਸ਼ਾਇਦ ਤੁਸੀਂ ਕਹਿ ਲਓ ਕਿ ਇਹ ਉਹਨਾਂ ਬੰਦਿਆਂ ਦੀ ਬਦਕਿਸਮਤੀ ਹੈ ਕਿ ਉਹਨਾਂ ਦੀ ਜਿਹੜੀ ਮਸ਼ਹੂਰੀ ਹੈ ਤੁਹਾਡੇ ਤੱਕ ਨਹੀਂ ਪਹੁੰਚੀ। ਪਰ ਚੰਗਾ ਕੰਮ ਕਰਨ ਵਾਲੇ, ਦੇਖੋ ਸਾਡੀ ਇੰਡਸਟਰੀ ਦੇ ਵਿੱਚ ਵੀ ਜੇ ਮੈਂ ਗੱਲ ਕਰਦਾ ਤਾਂ ਚੰਗਾ ਕੰਮ ਕਰਨ ਵਾਲੇ ਲੋਕ 70% ਹੈਗੇ ਆ, ਜਿਹੜਾ ਮਾੜਾ ਕੰਮ ਕਰਨ ਵਾਲੇ ਲੋਕ ਹੈ ਉਹ ਸਿਰਫ 30% ਹੈ। ਉਹ ਸਭ ਜਗ੍ਹਾ ਉਨੀ ਕੀ ਰੇਸ਼ੋ ਹੁੰਦੀ ਹੈ। ਇੱਕ ਮੈਂ ਤੁਹਾਨੂੰ ਫਿਗਰਸ ਦੇ ਅਕੋਰਡਿੰਗਲੀ ਦੱਸਦਾ ਕਿ ਆਏ ਸਾਲ ਕੈਨੇਡਾ ਦੇ ਵਿੱਚ ਜੇ 2019 ਦੀ ਗੱਲ ਕਰੀਏ ਤਾਂ ਕੋਈ 2,30,000 ਦੇ ਆਸ-ਪਾਸ ਬੱਚਾ ਕੈਨੇਡਾ ਦੇ ਵਿੱਚ ਗਿਆ ਸਿਰਫ ਇੰਡੀਆ ਤੋਂ। ਤਾਂ ਜਿਹੜਾ 2,30,000 ਬੱਚਾ ਕੈਨੇਡਾ ਦੇ ਵਿੱਚ ਗਿਆ ਤਾਂ ਉਹ ਸਾਰੇ ਦਾ ਸਾਰਾ ਬੱਚਾ ਤਾਂ ਠੱਗੀ ਦਾ ਸ਼ਿਕਾਰ ਹੋ ਕੇ ਨਹੀਂ ਗਿਆ। ਇਟ ਮੀਨਸ ਉਹਨਾਂ ਦਾ 1 ਨੰਬਰ ਦੇ ਵਿੱਚ ਕੰਮ ਹੋਇਆ ਤਾਂ ਹੀ ਉਹ ਬਾਹਰ ਪਹੁੰਚੇ ਹੈ। ਪਰ ਉਹ 1 ਨੰਬਰ ਦਾ ਕੰਮ ਕਰਨ ਵਾਲੇ ਲੋਕ ਕਦੇ ਸਾਹਮਣੇ ਨਹੀਂ ਆਏ, ਉਹਨਾਂ ਦਾ ਨਹੀਂ ਪਤਾ ਲੱਗਦਾ। ਗੱਲ ਕੀ ਹੈ, ਜਿਹੜੀ ਨੈਗੇਟਿਵਿਟੀ ਹੈ ਉਹ ਸਪਰੈਡ ਬਹੁਤ ਜਲਦੀ ਹੁੰਦੀ ਹੈ। ਸੋ ਇੱਕ ਛੋਟਾ ਜਿਹਾ ਦਾਗ ਵੀ ਜੇ ਇੱਕ ਚਿੱਟੀ ਚਾਦਰ 'ਤੇ ਛੋਟਾ ਜਿਹਾ ਦਾਗ ਦੂਰੋਂ ਚਮਕੂਗਾ। ਸੋ ਉਹੀ ਚੀਜ਼ ਹੈ ਕਿ ਜਿਹੜੇ ਕੁਝ % ਲੋਕ ਮਾੜਾ ਕੰਮ ਕਰਨ ਵਾਲੇ ਸਾਰੀ ਇੰਡਸਟਰੀ ਨੂੰ ਬਦਨਾਮ ਕਰਦੇ ਆ, ਜਦਕਿ 70% ਲੋਕ ਚੰਗਾ ਕੰਮ ਕਰਨ ਵਾਲੇ ਵੀ ਹੈਗੇ ਆ। ਸੋ ਅਸੀਂ ਸਿਰਫ ਤੇ ਸਿਰਫ ਜੋ ਗਾਈਡਲਾਈਨਸ ਹੈ, ਜੋ ਐਕਚੁਅਲ ਪ੍ਰੈਕਟਿਸ ਹੈ, ਅਸੀਂ ਉਹਨੂੰ ਦੱਸਦੇ ਹਾਂ, ਉਹਨੂੰ ਪ੍ਰਮੋਟ ਕਰ ਰਹੇ ਹਾਂ ਤਾਂ ਕਿ ਐਕਚੁਅਲ ਪ੍ਰੈਕਟਿਸ ਹੀ ਵਧੇ ਅਤੇ ਲੋਕਾਂ ਦਾ ਸਾਡੀ ਇੰਡਸਟਰੀ 'ਤੇ ਔਰ ਸਾਡੇ 'ਤੇ ਫੇਥ ਪਹਿਲਾਂ ਨਾਲੋਂ ਜ਼ਿਆਦਾ ਵਧੇ। ਮੇਰੇ ਖਿਆਲ ਦੇ ਵਿੱਚ ਵਿਸ਼ਵਾਸ ਇਸ ਵੀਡੀਓ ਤੋਂ ਬਾਅਦ ਹੋਰ ਜ਼ਿਆਦਾ ਵਧੇਗਾ। ਲੇਕਿਨ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ, ਜਿਵੇਂ ਭਾਜੀ ਨੇ ਵੀ ਕਿਹਾ ਹੈ ਕਿ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੀ ਗੱਲ ਤਾਂ ਹੁੰਦੀ ਹੈ, ਪਰ ਜੇ ਤੁਸੀਂ ਆਈਲੈਟਸ ਕਰਦੇ ਹੋ ਇਹਨਾਂ ਕੋਲੋਂ ਤਾਂ ਤੇ ਵੀਜ਼ਾ ਵੀ ਲਵਾਉਂਦੇ ਹੋ ਤਾਂ ਵੀਜ਼ਾ ਦੇ ਕੋਈ ਚਾਰਜਿਸ ਨਹੀਂ ਹੋਣਗੇ, ਨਾ ਵੀਜ਼ਾ ਲੱਗਣ ਤੋਂ ਪਹਿਲਾਂ ਤੇ ਨਾ ਹੀ ਵੀਜ਼ਾ ਲੱਗਣ ਤੋਂ ਬਾਅਦ ਕੋਈ ਪੈਸੇ ਲੱਗਣਗੇ। ਭਾਜੀ ਮੈਂ ਬਿਲਕੁਲ ਠੀਕ ਕਿਹਾ ਕਿ ਗਲਤ ਕਿਹਾ? ਬਿਲਕੁਲ ਜੀ, ਤੁਸੀਂ 100% ਸਹੀ ਕਿਹਾ। ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਮੇਰੇ ਖਿਆਲ ਦੇ ਵਿੱਚ ਬਹੁਤ ਵੱਡੀ ਗੱਲ ਹੈ, ਅਤੇ ਜੇ ਤੁਹਾਨੂੰ ਇਹ ਜਾਣਕਾਰੀ ਸਹੀ ਲੱਗੇ, ਤਸੱਲੀ ਹੋਵੇ, ਵਿਸ਼ਵਾਸ ਹੋਵੇ ਤਾਂ ਜ਼ਰੂਰ BSBW ਕਰੀਅਰ ਬਿਲਡਰਸ ਦੇ ਨਾਲ ਸੰਪਰਕ ਕਰੋ, ਕਿਉਂਕਿ ਮੇਰੇ ਖਿਆਲ ਦੇ ਵਿੱਚ ਇੰਨਾ ਸਿੱਧਾ ਜਵਾਬ ਕੋਈ ਬੰਦਾ ਦਿੰਦਾ ਹੈ, ਅੱਜ ਕੱਲ੍ਹ ਤਾਂ ਉਹ ਵੀ ਨਹੀਂ ਦਿੰਦਾ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ ਦੇ ਖਬਰਸਾਰ, ਚੰਡੀਗੜ੍ਹ।